ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ ਘੁੰਮ ਰਿਹਾ। ਜੋ ਮੈਨੂੰ ਫੀਡਬੈਕ ਮਿਲਦੀ ਹੈ, ਜੋ ਲੋਕ ਮੈਨੂੰ ਦੱਸਦੇ ਹੈ, ਜਿਸ ਤਰੀਕੇ ਦੀਆਂ ਮੁਸ਼ਕਲਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਉਹ ਮੈਨੂੰ ਪਤਾ ਲੱਗ ਰਹੀਆਂ ਤੇ ਮੈਂ ਇੱਕ ਇੱਕ ਮੁਸ਼ਕਿਲ ਦਾ ਹੱਲ ਕਰਨ ਲਈ ਵਚਨਬੱਧ ਹੈ ਤੇ ਕਰਨੀ ਹੈ। ਇਹਨਾਂ ਮੁਸ਼ਕਿਲਾਂ ਦੇ ਵਿੱਚ ਇੱਕ ਬਹੁਤ ਵੱਡੀ ਮੁਸ਼ਕਿਲ ਹੈ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ। ਸੋ ਅਸੀਂ ਉਸ ਦੇ ਵਿੱਚ ਕਾਫੀ ਰਾਹਤ ਦੇਣਾ ਚਾਹੁੰਦੇ ਹਾਂ। ਜਿਹੜੀਆਂ ਇੱਕ ਦੋ ਕਿਸ਼ਤਾਂ ਦੇ ਵਿੱਚ ਅਸੀਂ ਵਾਰ-ਵਾਰ ਮੀਟਿੰਗ ਕਰਕੇ ਡਿਸਕਸ ਕਰਕੇ ਇਹ ਰਾਹਤਾਂ ਦੇਵਾਂਗੇ। ਸਭ ਤੋਂ ਬੜੀ ਜਿਹੜੀ ਸਮੱਸਿਆ ਮੈਂ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੀ ਹੈ ਉਹ ਇਹ ਹੈ ਕਿ ਬਹੁਤ ਸਾਰੇ ਲੋਕਾਂ ਦੇ ਬਿੱਲ ਜ਼ਿਆਦਾ ਆਉਣ ਕਰਕੇ ਉਹ ਜਮ੍ਹਾਂ ਨਹੀਂ ਕਰਾ ਪਾਏ ਤੇ ਉਹਨਾਂ ਦੇ ਮੀਟਰ ਕੱਟ ਗਏ। ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਬਿਨਾਂ ਬਿਜਲੀ ਤੇ ਰਹਿ ਰਹੇ ਆ ਕੁਝ ਬੰਦੇ, ਜਿਹਨੇ ਮੇਰੇ ਦਿਲ ਨੂੰ ਬਹੁਤ ਟੁੰਬਿਆ। ਮੈਨੂੰ ਦੁੱਖ ਹੋਇਆ ਇਸ ਚੀਜ਼ ਦਾ ਕਿ ਬਿਜਲੀ ਦਾ ਮੀਟਰ ਕੱਟਿਆ ਹੋਇਆ ਹੈ ਤੇ ਉਹ ਲੋਕ ਬਿਨਾਂ ਬਿਜਲੀ ਤੋਂ ਰਹਿ ਰਹੇ। ਜੋ ਸਰਕਾਰੀ ਫਿਗਰ ਮੈਨੂੰ ਦਿੱਤੀ ਗਈ ਹੈ 55,000 ਤੋਂ 1 ਲੱਖ ਦੇ ਵਿੱਚ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਕਨੈਕਸ਼ਨ ਬਿਜਲੀ ਦਾ ਬਿੱਲ ਨਾ ਦੇਣ ਕਰਕੇ ਕੱਟੇ। ਸੋ ਉਹਦੇ ਵਾਸਤੇ ਅੱਜ ਅਸੀਂ ਆਪਣੀ ਕੈਬਨਿਟ ਦੇ ਵਿੱਚ ਵਿਸਤਾਰਪੂਰਵਕ ਵਿਚਾਰ ਕੀਤਾ ਹੈ। 2 ਕਿਲੋਵਾਟ ਤੱਕ ਜਿਹੜਾ ਕੰਜ਼ਿਊਮਰ ਹੈ ਉਹ 53 ਲੱਖ ਹੈ ਪੰਜਾਬ ਦੇ ਵਿੱਚ। ਟੋਟਲ 72 ਲੱਖ ਕੰਜ਼ਿਊਮਰ ਹੈ। ਸੋ ਲਗਭਗ 75-80% ਕੰਜ਼ਿਊਮਰ ਹੈ ਜਿਹੜਾ ਉਹ 2 ਕਿਲੋਵਾਟ ਦੇ ਵਿੱਚ ਆ ਜਾਂਦਾ ਹੈ। ਤੇ ਮੈਂ ਜੋ ਸਰਵੇ ਕਰਾਇਆ, ਜੋ ਮੈਂ ਦੇਖਿਆ, ਇਹ ਜਿਹੜੇ 2 ਕਿਲੋਵਾਟ ਤੱਕ ਦਾ ਕੰਜ਼ਿਊਮਰ ਹੈ ਇਹ ਜ਼ਿਆਦਾ ਡਿਫਾਲਟਰ ਹੈ, ਇਸ ਤੋਂ ਬਿੱਲ ਨਹੀਂ ਦੇ ਪਾ ਰਹੇ, ਇਹਨਾਂ ਦੇ ਕਨੈਕਸ਼ਨ ਕੱਟੇ ਗਏ। ਸੋ ਅੱਜ ਅਸੀਂ ਫੈਸਲਾ ਕੀਤਾ ਹੈ ਕਿ 2 ਕਿਲੋਵਾਟ ਦੇ ਕੰਜ਼ਿਊਮਰ ਦੇ 2 ਕਿਲੋਵਾਟ ਦੇ ਤੱਕ ਦੇ, ਚਾਹੇ ਉਹਦਾ 1 ਕਿਲੋਵਾਟ ਲੋਡ ਹੈ, ਚਾਹੇ ਉਹਦਾ 500 ਵਾਟ ਲੋਡ ਹੈ, ਚਾਹੇ 1.5 ਕਿਲੋਵਾਟ ਲੋਡ ਹੈ, 2 ਕਿਲੋਵਾਟ ਤੱਕ ਦੇ ਕੰਜ਼ਿਊਮਰ ਜਿੰਨੇ ਹੈਗੇ ਆ ਪੰਜਾਬ ਦੇ ਵਿੱਚ, ਜਿਹੜੇ ਕਿ ਲਗਭਗ 80% ਹੈ ਜਾਂ 75% ਹੈ ਟੋਟਲ ਆਬਾਦੀ ਦੇ, ਉਹਨਾਂ ਦਾ ਪਿਛਲਾ ਜਿਹੜਾ ਬਿੱਲ ਆਇਆ ਹੈ, ਜਿਹੜਾ ਪਿਛਲਾ ਬਿੱਲ ਆਇਆ ਉਹਨਾਂ ਦਾ, ਉਹਦੇ ਵਿੱਚ ਇੱਕ ਤਾਂ ਪਿਛਲੇ ਮਹੀਨੇ ਦਾ ਬਿੱਲ ਲਿਖਿਆ ਹੋਇਆ, ਇੱਕ ਬਕਾਏ ਲਿਖੇ ਹੋਏ ਆ ਵੀ ਤੁਸੀਂ ਇੰਨੇ ਦੇ ਡਿਫਾਲਟਰ ਹੋ। ਉਹ ਬਕਾਇਆ ਸਾਰਾ ਉਹਨਾਂ ਲੋਕਾਂ ਦਾ ਅਸੀਂ ਭਰਾਂਗੇ। ਅਸੀਂ ਸਰਕਾਰ ਨੇ ਫੈਸਲਾ ਕਰ ਲਿਆ, ਸਰਕਾਰ ਉਹਨਾਂ ਦਾ ਭਰੇਗੀ। ਤੇ ਨਾਲ ਜਿਨ੍ਹਾਂ ਦੇ ਬਿਜਲੀ ਦੇ ਕਨੈਕਸ਼ਨ ਇਸ ਕਰਕੇ ਕੱਟੇ ਗਏ ਕਿ ਜੀ ਉਹ ਡਿਫਾਲਟਰ ਸੀਗੇ, ਉਹਨਾਂ ਦੇ ਪੈਸੇ ਨਹੀਂ ਜਮ੍ਹਾਂ ਕਰਾ ਹੋਏ, ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਦੁਬਾਰੇ ਲਗਾ ਦਿੱਤੇ ਜਾਣਗੇ ਬਿਨਾਂ ਕੋਈ ਪੈਸਾ ਲਏ। 1500 ਰੁਪਇਆ ਫੀਸ ਹੈ ਦੁਬਾਰੇ ਕਨੈਕਸ਼ਨ ਲਵਾਉਣ ਦੀ, ਉਹ ਵੀ ਉਹਨਾਂ ਦੀ ਅਸੀਂ ਭਰਾਂਗੇ, ਉਹਨਾਂ ਨੂੰ ਕੋਈ ਭਰਨ ਦੀ ਲੋੜ ਨਹੀਂ। ਸੋ ਮੈਂ ਫੇਰ ਕਹਿਣਾ, ਪੰਜਾਬ ਦੇ ਵਿੱਚ 53 ਲੱਖ ਕੰਜ਼ਿਊਮਰ, 53 ਲੱਖ ਪਰਿਵਾਰ ਜਿਨ੍ਹਾਂ ਦੇ ਬਕਾਏ ਖੜੇ, ਜਿਹੜੇ ਬਿਜਲੀ ਦੇ ਬਕਾਏ ਨਹੀਂ ਭਰ ਪਾ ਰਹੇ, ਪਿਛਲੇ ਬਿੱਲ ਤੱਕ ਜਿਹੜਾ ਉਹਨਾਂ ਦਾ ਹੁਣ ਇਸ ਤੋਂ ਪਹਿਲਾਂ ਆਇਆ, ਜਦੋਂ ਸਾਡੀ ਸਰਕਾਰ ਇਸ ਨੇ ਹੱਲ ਲਿਆ, ਉਦੋਂ ਤੱਕ ਜਿਹੜੇ ਉਹਨਾਂ ਦੇ ਬਿੱਲ ਆਏ ਹੋਏ ਹੈ, ਉਹਨਾਂ ਦੇ ਵਿੱਚ ਜਿੰਨੇ ਬਕਾਏ ਖੜੇ ਹੈ ਉਹ ਪੰਜਾਬ ਸਰਕਾਰ ਉਹਨਾਂ ਦੇ ਭਰੇਗੀ, ਉਹਨਾਂ ਨੂੰ ਭਰਨ ਦੀ ਲੋੜ ਨਹੀਂ ਹੈ ਕਿਉਂਕਿ ਉਹ ਭਰ ਨਹੀਂ ਪਾ ਰਹੇ। ਕਿਉਂਕਿ ਬਕਾਇਆ ਤਾਂ ਖੜਦਾ ਜੇ ਉਹਦੇ ਸਮਰੱਥਾ ਨਹੀਂ ਹੈ। ਅਸੀਂ ਇਹੀ ਮਾਪਦੰਡ ਰੱਖਿਆ ਹੈ ਕਿ ਬਕਾਇਆ ਤਾਂ ਖੜਾ ਹੈ ਜੇ ਸਮਰੱਥਾ ਨਹੀਂ ਹੈ। ਜਿਹਦੇ ਚ ਬਿੱਲ ਭਰਨ ਦੀ ਸਮਰੱਥਾ ਨਹੀਂ ਹੈ ਉਹਦੇ ਵਾਸਤੇ ਪੰਜਾਬ ਸਰਕਾਰ ਹੈ, ਉਹਦੇ ਵਾਸਤੇ ਮੈਂ, ਉਹਦੇ ਵਾਸਤੇ ਅਸੀਂ ਸਾਰੇ ਜਣੇ ਖੜੇ ਆ ਤੇ ਉਹਦੇ ਸਾਰੇ ਬਿੱਲ ਅਸੀਂ ਅੱਜ ਪੰਜਾਬ ਸਰਕਾਰ ਨੇ ਭਰਨੇ ਆ। ਉਹਨਾਂ ਦੇ ਆਪਣੇ ਬਿੱਲ ਮਾਫ ਹੋ ਗਏ ਆ। 55,000 ਹੈ ਕਿ 55 ਲੱਖ ਹੈ? 55 ਲੱਖ ਪਰਿਵਾਰ ਹੈ, 53 ਲੱਖ ਜਿਨ੍ਹਾਂ ਦੇ 2 ਕਿਲੋਵਾਟ ਤੱਕ ਦਾ ਲੋਡ ਹੈ। ਸਾਡੇ ਸਰਕਾਰੀ ਫਿਗਰਾਂ ਦੇ ਅਨੁਸਾਰ ਡਿਫਾਲਟਿੰਗ ਕਿੰਨੇ ਹੈ? ਡਿਫਾਲਟਰ ਉਹਨਾਂ ਦੇ ਜਿੰਨਾ ਕੋਈ ਵੀ ਡਿਫਾਲਟਰ ਹੈ ਜੇ 1 ਰੁਪਏ ਦਾ, ਚਾਹੇ ਉਹ 5,000 ਦਾ, ਚਾਹੇ 50,000 ਦਾ। ਮੈਂ ਦੇਖਿਆ ਕਈ ਤਾਂ 70,000 ਦੇ, 1 ਲੱਖ ਦੇ, 2 ਲੱਖ ਦੇ ਬਿੱਲ ਚੱਕੀ ਫਿਰਦੇ। ਕਿੱਥੇ ਤੇ ਭਰੇਗਾ ਗਰੀਬ ਆਦਮੀ? ਅਪਰੋਕਸੀਮੇਟਲੀ ਕਿੰਨਾ ਲੋਡ ਪਏਗਾ?
ਇਹ ਲੋਡ ਅਪਰੋਕਸੀਮੇਟਲੀ 1200 ਕਰੋੜ ਰੁਪਏ ਦੇ ਲਗਭਗ ਪੰਜਾਬ ਸਰਕਾਰ ਨੂੰ ਪੈਣਾ। ਅਜੇ ਇਸ ਤੋਂ ਜ਼ਿਆਦਾ ਹੋ ਸਕਦਾ ਹੈ। ਇਹ ਅਜੇ ਕਦੋਂ ਤੋਂ ਹੋਏਗਾ? 5 ਸਾਲ ਤੋਂ ਡਿਫਾਲਟਰ ਹੈ, 3 ਸਾਲ ਤੋਂ? ਮੈਂ ਕਹਿੰਦਾ ਜੀ ਚਾਹੇ ਉਹ ਸਾਰੀ ਉਮਰ ਦਾ ਡਿਫਾਲਟਰ ਹੈ, ਕਿਸੇ ਨੇ ਚਾਹੇ 50 ਸਾਲ ਦੇ ਪੈਸੇ ਜਮ੍ਹਾਂ ਕਰਾਏ, ਚਾਹੇ 10 ਸਾਲ ਦੇ ਨਹੀਂ ਕਰਾਏ, ਚਾਹੇ 14 ਸਾਲ ਦੇ ਨਹੀਂ ਕਰਾਏ, ਚਾਹੇ 1 ਸਾਲ ਦੇ ਨਹੀਂ ਕਰਾਏ, ਚਾਹੇ 1 ਮਹੀਨੇ ਦੇ ਨਹੀਂ ਕਰਾਏ। ਜਿਹੜਾ ਪਿਛਲਾ ਬਿੱਲ ਆਇਆ ਕਿਸੇ ਦਾ, ਉਹਦੇ ਜਿਹੜਾ ਬਕਾਇਆ ਲੱਗ ਕੇ ਆਇਆ ਉਹ ਸਾਰਾ ਮਾਫ। ਵੈਸੇ ਕਿੰਨੇ ਕੁ ਸਾਲ ਪੁਰਾਣਾ ਜੀ ਐਵਰੇਜ ਕਿੰਨੇ ਕੁ ਸਾਲ ਪੁਰਾਣਾ ਹੈ? ਸਾਰੇ ਮੈਂ ਤਾਂ ਫੇਰ ਕਹਿ ਰਿਹਾ ਤੁਹਾਡੇ ਪਾਸ ਬਕਾਇਆ ਤੁਹਾਡਾ ਜੇ 14 ਸਾਲ ਦਾ ਵੀ ਆ ਰਿਹਾ, ਤੁਹਾਡੇ ਬਿੱਲ ਵਿੱਚ ਆ ਗਿਆ ਨਾ, ਉਹ ਅੱਜ ਤੁਹਾਡੇ ਬਿੱਲ 'ਚ ਖੜਾ ਹੈ। ਉਹ ਜਿਹੜਾ ਤੁਹਾਡਾ ਬਕਾਇਆ ਖੜਾ ਹੈ ਉਹ ਅਸੀਂ ਉਹਨੂੰ ਦੇ ਰਹੇ। ਬਿਜਲੀ ਬੋਰਡ ਨੂੰ ਪੰਜਾਬ ਸਰਕਾਰ ਦੇਗੀ, ਦੇਣਾ ਤਾਂ ਪਏਗਾ ਸਾਨੂੰ, ਮਾਫ ਨਹੀਂ ਹੋਣਾ। ਪੰਜਾਬ ਸਰਕਾਰ ਆਏਗੀ ਅੱਗੇ ਨੂੰ, ਜੇ ਉਹਦੇ ਬਾਅਦ ਬਿੱਲ ਆਏਗਾ ਤਾਂ ਉਹਦੇ ਵਿੱਚ ਲਿਖਿਆ ਹੋਏਗਾ ਕਿ ਆ ਇੰਨਾ ਬਕਾਇਆ ਹੈ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਏਗਾ, ਕੰਜ਼ਿਊਮਰ ਨੂੰ ਨਹੀਂ ਦੇਣ ਦੀ ਲੋੜ। ਨੈਕਸਟ ਮੰਥ ਤੋਂ ਹੈ ਚੰਨੀ ਸਾਹਿਬ, ਨੈਕਸਟ ਅੱਜ ਮਹੀਨੇ ਤੋਂ ਹੋ ਗਿਆ, ਜੋ ਸਤੰਬਰ ਹੈ, ਅਕਤੂਬਰ ਹੈ, ਇਹ ਕਦੋਂ ਤੋਂ ਹੋਊਗਾ ਆਪਣਾ ਸ਼ੁਰੂ? ਮੈਂ ਫੇਰ ਦੱਸ ਰਿਹਾ ਜੀ, ਹਰ ਕਿਸੇ ਦਾ ਬਿੱਲ ਕਿਸੇ ਨਾ ਕਿਸੇ ਦਿਨ ਆਇਆ, ਚਾਹੇ 15 ਦਿਨ ਪਹਿਲਾਂ ਆਇਆ, ਚਾਹੇ 1 ਮਹੀਨਾ ਪਹਿਲਾਂ ਆਇਆ, ਚਾਹੇ ਕੱਲ ਆਇਆ। ਜਦ ਬਿੱਲ ਆਇਆ ਪਿਛਲਾ, ਅਸੀਂ ਪਿਛਲਾ ਬਕਾਇਆ ਦੇਖਣਾ। ਜਿਹੜੇ ਇਸ ਮਹੀਨੇ ਦਾ ਅਗਲਾ ਉਹਨਾਂ ਦਾ ਪੈਸਾ ਆਏਗਾ ਉਹਨਾਂ ਨੇ ਦੇਣਾ ਹੈ, ਉਹਨਾਂ ਨੇ ਅੱਗੇ ਨੂੰ ਬਿੱਲ ਜਾਰੀ ਦੇਣੇ ਹੈ। ਲੇਕਿਨ ਜਿਹੜਾ ਪੁਰਾਣਾ ਬਕਾਇਆ ਖੜਾ ਹੈ, ਜਿਹੜਾ ਕਿ ਜਿਹਦੇ ਕਰਕੇ ਲੋਕ ਪਰੇਸ਼ਾਨ ਹੈ, ਬਿੱਲ ਨਹੀਂ ਦੇ ਪਾ ਰਹੇ, ਉਹਨਾਂ ਦੇ ਕਨੈਕਸ਼ਨ ਕੱਟ ਗਏ ਹੈ। ਮੇਰੇ ਹਲਕੇ ਦੇ ਵਿੱਚ ਕੰਦੋਲਾ ਟੱਪਰੀਆਂ ਪਿੰਡ ਹੈ। ਮੈਨੂੰ ਕਿਉਂ ਚੀਜ਼ ਕਿਸ ਤਰ੍ਹਾਂ ਮੈਂ ਲੋਕਾਂ ਨੂੰ ਮਿਲਿਆ, ਉਹਨਾਂ ਨੇ ਮੈਨੂੰ ਕਿਆ ਦੱਸਿਆ। ਕੰਦੋਲਾ ਟੱਪਰੀਆਂ ਪਿੰਡ ਹੈ, ਉਹ ਇੱਕ ਬੀਬੀ ਹੈ, ਉਹਦਾ ਇੱਕ ਮੁੰਡਾ ਹੈ। ਮੇਰੇ ਪਾਸ ਉਹਨਾਂ ਨੇ 25 ਚੱਕਰ ਲਾ ਲਏ ਪਿਛਲੇ 2 ਮਹੀਨੇ, ਅਜੇ ਮੈਂ ਮੁੱਖ ਮੰਤਰੀ ਨਹੀਂ ਬਣਿਆ। ਉਹ ਮੇਰੇ ਪਾਸ ਰੋਣੇ ਲੱਗ ਗਏ ਕਿ 70,000 ਰੁਪਇਆ ਬਿੱਲ ਮੈਂ ਕਿੱਥੇ ਦੇ ਦੇਵਾਂ। ਗਰੀਬ ਜਨਾਨੀ ਹੈ, ਵਿਧਵਾ ਹੈ, ਮੈਂ ਨਹੀਂ ਭਰ ਸਕਦੀ, ਮੇਰਾ ਬਕਾਇਆ ਆ ਰਿਹਾ। ਸੀਐਮ ਸਾਹਿਬ ਇਹਦਾ ਮੈਕੈਨਿਜ਼ਮ ਕੀ ਹੋਏਗਾ? ਮੈਕੈਨਿਜ਼ਮ ਕਿਵੇਂ ਐਡਜਸਟ ਹੋਣਗੇ? ਆਫੀਸਰਸ ਨੂੰ ਕਿਵੇਂ ਤੁਸੀਂ ਜਿਹੜੇ ਐਸੀ ਇੱਕ ਹਰ ਬਲਾਕ ਤਹਿਸੀਲ ਲੈਵਲ ਤੇ ਕਮੇਟੀ ਬਣਾ ਰਹੇ, ਜਿਹਦੇ ਵਿੱਚ ਇੱਕ ਅਫਸਰ, ਇੱਕ ਸਰਕਾਰੀ ਨੁਮਾਇੰਦਾ ਪ੍ਰਾਈਵੇਟ ਰਿਪਰੈਜ਼ੈਂਟੇਟਿਵ ਚੋਂ, ਤੇ ਇੱਕ ਉਹਨਾਂ ਦੇ ਨਾਲ ਬਿਜਲੀ ਬੋਰਡ ਦਾ ਐਸਟੀਓ ਜਾਂ ਜੇਈ ਜਾਂ ਉਹ ਆਪਣਾ ਨੁਮਾਇੰਦਾ ਲਗਾਵੇ। ਉਹਨਾਂ ਨੂੰ ਇਹ ਸਾਰੀਆਂ ਐਪਲੀਕੇਸ਼ਨਾਂ ਦਿੱਤੀਆਂ ਜਾਣਗੀਆਂ। ਉਹ ਇਹ ਦੇਖਣਗੇ ਕਿ 2 ਕਿਲੋਵਾਟ ਤੱਕ ਦਾ ਲੋਡ ਹੈ, ਇਹਦਾ ਬਣਦਾ ਦੇਣਾ ਉਸੇ ਟਾਈਮ ਬੇ ਹੋ ਜਾਣਗੇ ਜਦੋਂ ਦਰਖਾਸਤ ਆ ਗਈ। ਦਰਖਾਸਤ ਦੇ ਫਾਰਮ ਵੀ ਅਸੀਂ ਭੇਜਾਂਗੇ। ਕਿਸੇ ਦੇ ਕੋਈ ਲੋਡ ਨਹੀਂ, ਮਦਦ ਕਰਨਗੇ, ਪੰਚਾਇਤਾਂ ਮਦਦ ਕਰਨਗੀਆਂ। ਹਰ ਕਿਸੇ ਨੂੰ ਜਿਹਦਾ 2 ਕਿਲੋਵਾਟ ਦਾ ਲੋਡ ਹੈ ਉਸ ਤੋਂ ਇਹ ਵੇ ਕਰਨ ਵਾਸਤੇ ਫਾਰਮ ਭਰਵਾਉਣਗੇ। ਸਾਡੀ ਕਮੇਟੀ ਦੇਖ ਕੇ ਉਹਨੂੰ ਲਾਸਟ ਡੇਟ ਪਾਸ ਕਰ ਦਿੱਤਾ ਜਾਊਗਾ। ਜਿਹੜਾ ਕੋਈ ਇਹ ਜਦ ਮੈਂ ਕਹਿਤਾ ਲਾਸਟ ਡੇਟ ਨਿਯਤ ਹੋ ਗਈ, ਅੱਜ ਤੋਂ ਸ਼ੁਰੂ ਹੋ ਗਿਆ, ਜਿਹਦਾ ਅੱਜ ਤੱਕ ਬਿੱਲ ਆਇਆ ਹੋਇਆ ਹੈ ਉਹਦੇ ਜਿੰਨਾ ਬਕਾਇਆ ਖੜਾ ਹੋਗਾ। सीएम साहब इस चीज बकाये का मतलब फिर समझ लो कि रेगुलर बिल नहीं, ये इस महीने का आया वो बिल नहीं जो बकाया खड़ा है। सीएम साहब अगर आगे लोग बिल भरना बंद कर देंगे इन फ्यूचर ਇਹਦੇ ਬਾਰੇ ਅਗਲੀ ਜਿਹੜੀ ਤੁਸੀਂ ਗੱਲ ਪੁੱਛ ਰਹੇ ਹੋ, ਮੈਂ ਅਗਲੀ ਪ੍ਰੈਸ ਕਾਨਫਰੰਸ ਦੱਸਾਂਗਾ 2 ਜਾਂ 3 ਦਿਨਾਂ ਦੇ ਬਾਅਦ ਕਿ ਕਿਸ ਤਰ੍ਹਾਂ ਐਸੀ ਆਮ ਬੰਦੇ ਦਾ ਜਿਹੜਾ ਬਿੱਲ ਹੈ ਉਹਨੂੰ ਕੰਟਰੋਲ ਕਰ ਰਹੇ ਹੈ, ਤਾਂ ਕਿ ਉਹ ਉਸ ਨੂੰ ਵੀ ਜਮ੍ਹਾਂ ਕਰਾਉਣ 'ਚ ਦਿੱਕਤ ਨਾ ਆਵੇ, ਉਹਨੂੰ ਇੰਨਾ ਪੈਸਾ ਪਵੇ ਕਿ ਉਹ ਚੰਗਾ ਨਿਰਵਾਹ ਕਰ ਸਕੇ। आगे कितना चेक करोगे भी इकोनॉमिकली बंदा पुअर है कि वैसे ही नहीं पे कर रहे, कि भी बड़ा बड़ा इशू होता देखो है। एक सब तो बड़ा चेक ये है कि 2 किलोवाट इकोनॉमिकली पूरे दिंदे। किसी ने मोटर ते लाया भी कोई मिडिल क्लास ਦੇ ਜਿਹੜੇ ਲੋਕ ਹੈ ਇਹੀ ਥੋੜੀ ਬਿਜਲੀ ਯੂਜ਼ ਕਰ ਸਕਦੇ ਆ। ਜਿਹੜੇ ਅਮੀਰ ਆਦਮੀ ਉਹਨਾਂ ਦੇ ਤਾਂ 5-5 ਏਸੀ ਲੱਗੇ ਹੋਏ, ਉਹ ਨਹੀਂ ਅਸੀਂ ਕਰ ਰਹੇ ਚੈੱਕ। 2 ਕਿਲੋਵਾਟ ਜਿਹਦਾ ਲੋਡ ਹੈ, 2 ਕਿਲੋਵਾਟ 'ਚ ਕਾਫੀ ਕੁਝ ਆ ਜਾਂਦਾ, ਪੱਖੇ ਆ ਜਾਂਦੇ, ਕੂਲਰ ਆ ਜਾਂਦਾ, ਫ੍ਰਿਜ ਆ ਜਾਂਦਾ ਹੈ, ਟੀਵੀ ਆ ਜਾਂਦਾ ਹੈ ਤੇ ਕਈ ਬੱਲਬ ਆ ਜਾਂਦੇ ਆ। ਤਾਂ ਇਸ ਕਰਕੇ ਸਫੀਸ਼ੀਐਂਟ ਇਹ ਉਹ ਹੈਗਾ। ਚੰਨੀ ਸਾਹਿਬ, ਆਪਣੀ ਜਿਹੜੀ ਤੁਸੀਂ ਸਰਕਾਰੀ ਲੈਵਲ ਤੇ ਜਿਹੜੇ ਰੈਗੂਲਰ ਅੱਗੇ ਨੂੰ ਬਿੱਲ ਦੇਣਾ ਪੈਣਾ ਹੈ, ਲੇਕਿਨ ਉਹ ਬਿੱਲ ਦੇ ਵਿੱਚ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਬੜੀ ਛੇਤੀ ਮੀਟਿੰਗ ਕਰਕੇ ਕੁਝ ਐਸਾ ਇੱਕ ਸੀਐਮ ਸਾਹਿਬ ਦੱਸਣਾ, ਤੁਸੀਂ ਇਸ ਤੋਂ ਪਹਿਲਾਂ ਇੱਕ ਫੈਸਲਾ ਜਿਹੜੀ ਪਹਿਲੀ ਕੈਬਨਿਟ ਸੀ ਹੋਈ ਸੀ, ਉਹ 'ਚ ਕੀਤਾ ਸੀਗਾ ਕਿ ਜਿਵੇਂ ਤੁਸੀਂ ਬਿਜਲੀ ਦੇ ਬਿੱਲਾਂ ਦੀ ਗੱਲ ਕੀਤੀ ਸੀ ਕਿ ਵੀ ਟਰਾਲੀਆਂ ਜਿਹੜੀਆਂ ਉਹ ਆਪਣੀ ਰੇਤਾ ਦੀ ਭਾਰ ਸਕੇ ਆਪਣੇ ਖੇਤਾਂ ਦੇ ਵਿੱਚੋਂ, ਤਾਂ ਕਿ ਜਿਹੜੀ ਠੇਕੇਦਾਰ ਸਿਸਟਮ ਹੈ ਜਾਂ ਉਹ ਮਾਫੀਆ ਖਤਮ ਹੋ ਸਕੇ। ਉਹ ਵੀ ਤੁਸੀਂ ਆਪਣਾ ਗਰੀਬ ਪਰਿਵਾਰ ਨੂੰ ਵੇਖਦੇ ਫੈਸਲਾ ਕੀਤਾ ਸੀਗਾ।
ਉਹ ਵੀ ਕਦ ਤੱਕ ਸ਼ੁਰੂ ਹੋਏਗਾ? ਕਿਉਂਕਿ ਬਿਜਲੀ ਦਾ ਬੜੀ ਛੇਤੀ ਅਸੀਂ ਰੇਤ ਮਾਫੀਆ ਦਾ ਬਿਲਕੁਲ ਖਾਤਮਾ ਕਰ ਦਾਂਗੇ, ਬੜੀ ਛੇਤੀ। ਚਾਹੇ ਉਹਨੂੰ ਹਫਤਾ ਕਹਿ ਲਓ, ਚਾਹੇ ਬਸ ਅਸੀਂ ਦੇਖੋ ਦਿਨ ਰਾਤ ਮਿਹਨਤ ਵਿੱਚ ਲੱਗੇ ਹੋਏ ਹੈ ਕਿ ਇਸ ਤਰੀਕੇ ਦੇ ਨਾਲ ਸਿਸਟਮ ਨੂੰ ਸੁਧਾਰਿਆ ਜਾਵੇ। ਇੱਕ ਪੁਰਾਣਾ ਨੈਕਸਸ ਹੈ, ਉਹਨੂੰ ਤੋੜਨਾ ਹੈ, ਔਰ ਅਸੀਂ ਉਹਨੂੰ ਤੋੜਨ 'ਚ ਕਾਮਯਾਬ ਹੋ ਰਹੇ ਹਾਂ। ਬੜੀ ਛੇਤੀ ਤੁਸੀਂ ਦੇਖੋਗੇ ਕਿ ਰੇਤ ਮਾਫੀਆ ਖਤਮ ਹੋ ਜਾਣਾ। ਮੈਂ ਨਵੀਂ ਪਾਲਿਸੀ ਲੈ ਕੇ ਆ ਰਿਹਾ, ਉਹਦੀ ਮੇਰੀ ਤਿਆਰੀ ਚੱਲ ਰਹੀ ਹੈ। ਇਹ ਸਾਰੇ ਮਸਲੇ ਹੱਲ ਹੋ ਜਾਣਗੇ, ਤੁਸੀਂ ਵਿਸ਼ਵਾਸ ਰੱਖੋ। ਸਿੱਧੂ ਸਾਹਿਬ ਜਿਹੜਾ ਬਿਜਲੀ ਵਿਭਾਗ ਦੀ ਗੱਲ ਹੈ, ਇੱਕ ਮਿੰਟ, ਪਰਾਗ। ਜਿਹੜਾ ਬਿਜਲੀ ਡਿਪਾਰਟਮੈਂਟ ਨੂੰ ਲੈ ਕੇ ਆ, ਇੱਕ ਬਿਜਲੀ ਮਹਿਕਮਾ ਐਸਾ ਹੈ ਉਹਦੇ ਚ ਬਿੱਲ ਜਿਹੜੇ ਵੱਧ ਆਉਂਦੇ ਆ ਉਹਨੂੰ ਲੈ ਕੇ ਸ਼ਿਕਾਇਤਾਂ ਆਉਂਦੀਆਂ, ਔਰ ਇਹ ਇੱਕ ਐਸਾ ਮਹਿਕਮਾ ਜਿੱਥੇ ਜਾ ਕੇ ਸਭ ਦੇ ਹੱਥ ਖੜੇ ਹੋ ਜਾਂਦੇ ਵੀ ਉੱਥੇ ਕੋਈ ਸੁਣਵਾਈ ਨਹੀਂ, ਵੱਧ ਆ ਗਿਆ ਤਾਂ ਆ ਗਿਆ। ਕੀ ਉਹ ਸਿਸਟਮ 'ਚ ਕਮੀ ਕਿੱਥੇ ਹੈ? ਉਹ ਸਿਸਟਮ ਅੱਗੇ ਤੋਂ ਠੀਕ ਹੋਵੇਗਾ? ਕਿਉਂਕਿ ਤੁਸੀਂ ਵੀ ਇਦਾਂ ਦੇ ਮਾਮਲੇ ਦੇਖੇ ਹੋਣੇ ਕਿ ਸਾਡੇ ਮੈਂ ਆਪਣੀ ਗੱਲ ਕਹਿ ਰਹੀ ਹੈ, ਅੱਜ ਮੈਂ ਬਿਜਲੀ ਦੇ ਬਿਨਾਂ ਤੱਕ ਸੀਮਤ ਹੈ, ਲੇਕਿਨ ਇਹ ਇੱਕ ਰਾਹਤ ਦਿੱਤੀ ਹੈ ਜਿਹੜੀ ਕਿ ਆਮ ਗਰੀਬ ਆਦਮੀ ਨੂੰ ਔਰ ਮਿਡਲ ਕਲਾਸ ਦੇ ਲੋਕਾਂ ਨੂੰ ਜ਼ਰੂਰੀ ਸੀ। ਉਹਨਾਂ ਦੇ ਬਿਜਲੀ ਦੇ ਬਿੱਲ ਘੱਟ ਹੋ ਰਹੇ। ਬਿਜਲੀ ਦੇ ਬਾਰੇ ਚ ਮੈਂ ਫਿਰ 2-3 ਦਿਨਾਂ ਦੇ ਬਾਅਦ ਤੁਹਾਡੇ ਨਾਲ ਫਿਰ ਮੁਖਾਤਬ ਹੋਊਂਗਾ ਕਿ ਕਿਸ ਤਰੀਕੇ ਦੇ ਸਰ ਨਵਜੋਤ ਸਿੰਘ ਸਿੱਧੂ ਸਰ ਨਵਜੋਤ ਸਿੰਘ सिद्धू जी के बारे में काम चल रही है। इस्तीफा दिया, उन्होंने नाराजगी जाहिर की है, मोहित उन्होंने इस्तीफा दिया है और उन्होंने अपना एक वीडियो जारी किया है। उसमें कहीं ना कहीं आपके ऊपर निशाना साधा है कि आपने एडवोकेट जनरल, डीजीपी और जो मंत्री हैं दागी, वो आपने अपनी कैबिनेट में शामिल किए और आप ऐसे अफसरों को लगा रहे हैं जिनका इतिहास भी कहीं ना कहीं दागी है। इस बात को लेकर नाराजगी जाहिर करते हुए उन्हें इस्तीफा दे दिया है। इस्तीफे की कॉपी सोनिया गांधी को भेजी है और बाकायदा ट्विटर पर लाइव होकर उन्होंने अपना वीडियो भी जारी किया है। देखो जेड़ा प्रधान होता है वो हिंदी में बोल दो सर, लाइव नेशनल। जो प्रधान होता है पार्टी का वो हेड होता है, तो हेड ने परिवार में बैठकर अपनी मजबूती से बात रखकर अपनी बातों को आगे लेकर आना होता है। तो मैंने आज भी सिद्धू साहब से टेलीफोन पे बात की है कि पार्टी सुप्रीम होती है, सरकार पार्टी की आइडियोलॉजी को मानती है और उसके ऊपर चलती है। आप आओ, बैठकर बात करो। जिस तरीके से आपको कोई गलतियां लग रही हैं वो पहले भी आप कर सकते थे, जो आप ही आप कर सकते हैं। कोई बंदे सब 2 लगाए अपने, कोई 2 मेंबर थे बात करने के लिए उनसे कि बिहाफ ऑफ द चीफ मिनिस्टर चन्नी साहब के बिहाफ पर उनको बात करने के लिए 2 बंदों की कहीं ड्यूटी लगाई है, या प्रगट सिंह जहाँ सिंगला साहब कई मंत्री साहब पर गए थे। आज या कल बात हो जाएगी, बैठकर वो उनके ज्वाइन कर रहे हैं। ये तरीका आपके पास हमेशा रास्ते खुले, आप कह रहे हैं कि मैंने फोन पे बात की, लेकिन इस तरह से इस्तीफा देना और उसके बाद वो भी आपसे बात करते, पार्टी अध्यक्ष है, आप चीफ मिनिस्टर हैं, आपको अपनी बात के पहुंचाने की कोशिश नहीं है। नहीं, कोई कोशिश नहीं है, इंटेंशनल कोई कोशिश नहीं है। वो उनको उनके साथ बात करेंगे बैठकर, जो भी बात होने वाली होगी। क्या ये स्थिति बना के रखना चाहते हैं? आज रजिया सुल्ताना सर मीटिंग च नहीं आ सके। सीएम साहब मिले कि तोड़े सीएम बनन तो बाद जो एक माहौल पंजाब का बनया सी कि हाँ चलो बड़ा चंगा हो रहा है, वो तो सारा खत्म हो गया एक दिन के अंदर। कुछ नहीं करना, वो तुसी महसूस करते हो कि नहीं करते? ਸਿੱਧੂ ਸਾਹਿਬ ਦਾ ਇੱਕ ਢੰਗ ਠੀਕ ਹੈ, ਤੁਹਾਨੂੰ ਇਸ ਢੰਗ ਨਾਲ ਕਹਿਣਾ मैं ਠੀਕ ਹੈ। स्टेटमेंट नहीं करना चाहता, लेकिन ਉਹਨਾਂ ਦਾ response ਕੀ ਸੀ? पंजाब ਦੇ ਲੋਕਾਂ ਦੇ ਮਸਲਿਆਂ ਤੋਂ ਮੈਂ ਛਿੜਕਣਾ ਨਹੀਂ ਹੈ। ਸਿੱਧੂ ਸਾਹਿਬ ਦਾ नहीं, मैं उस टाइम ਜਦੋਂ ਤੁਸੀਂ ਸੀਐਮ ਸਾਹਿਬ ਗੱਲ ਕੀਤੀ ਉਹਨਾਂ ਨਾਲ, ਉਹਨਾਂ ਦਾ ਕੀ ਰਿਸਪੌਂਸ ਸੀ? ਉਹਨਾਂ ਨੇ ਕਿਹਾ ਆਪਾਂ ਬੈਠ ਕੇ ਗੱਲ ਕਰ ਲਾਂਗੇ, ਲੇਕਿਨ ਮੈਂ ਤੁਹਾਨੂੰ, ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਮੈਂ ਤੁਹਾਨੂੰ ਟਾਈਮ ਦੇਵਾਂਗਾ। एपीएस जॉल बारे भी कोई रौला उन्होंने कहा जा रहा है। देखो गल ये है कि एक स्पेशल प्रोसिक्यूटर ऐसी बहुत तगड़ा वकील और ਉਹਦੇ ਨਾਲ ਕੋਈ 10 ਬੰਦਿਆਂ ਦੀ ਹੋਰ ਟੀਮ ਲੱਭ ਰਹੇ ਹੈ ਜਿਹੜੇ ਸਾਡੇ ਇੰਪੋਰਟੈਂਟ ਮੈਸੇਜ ਉਹ ਹੈਗੇ ਹੈ ਕੇਸ ਹੈ ਮਾਮਲੇ ਹੈ ਉਹਨਾਂ ਵਾਸਤੇ ਪੇਸ਼ ਹੋਣ ਵਾਸਤੇ। ਚੰਨੀ ਜੀ ਜਿਹੜੇ ਸਪੈਸ਼ਲ ਟੀਮ ਇੱਕ ਸਪੈਸ਼ਲ ਪ੍ਰੋਸੀਕਿਊਟਰ ਲੱਗੇਗਾ, ਉਹਦੇ ਅੰਦਰ ਚੱਲੇਗੀ। ਇਸ ਕਰਕੇ ਕਿਸੇ ਤਰ੍ਹਾਂ ਦੇ ਸ਼ੰਕੇ ਸ਼ੁਬਾ ਐਟਲੀਸਟ ਮੇਰੇ ਤੇ ਤੁਹਾਨੂੰ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਨਹੀਂ ਹੋਣੇ ਚਾਹੀਦੇ। ਪਾਰਦਰਸ਼ੀ ਸਾਰਾ ਕੁਝ ਕੰਮ ਹੋਏਗਾ। ਜੋ ਸਾਡੇ ਕੋਲੀਗਸ ਨੇ ਯਾਰ ਹੋਰ ਜਿੱਥੇ ਸਾਨੂੰ ਫੀਡਬੈਕ ਮਿਲੀ ਕਿਹੜੇ ਲੱਗਣੇ ਚਾਹੀਦੇ ਸੀ ਲਗਾਏ, ਲੇਕਿਨ
ਪੰਜਾਬ ਦੇ ਲੋਕਾਂ ਦੇ ਅਨੁਸਾਰ ਹੀ ਫੈਸਲੇ ਹੋਣੇ। ਜੇ ਕਿਸੇ ਨੂੰ ਲੱਗੇਗਾ ਇਹ ਨਹੀਂ ਲਾ ਇਹਨੂੰ ਲਾ, ਮੈਨੂੰ ਕੋਈ ਇਤਰਾਜ਼ ਨਹੀਂ ਹੈ, ਮੇਰੀ ਕੋਈ ਈਗੋ ਨਹੀਂ ਹੈ ਕਿਸੇ ਵੀ ਗੱਲ ਦੇ ਵਿੱਚ। ਮੈਂ ਬਿਲਕੁਲ ਕਲੀਅਰ ਹੈ, ਜਿਸ ਗੱਲ ਦੇ ਨਾਲ ਲੋਕਾਂ ਦੇ ਵਿੱਚ ਕੋਈ ਚੰਦ ਚਰਚਾ ਗਲਤ ਜਾਂਦੀ ਹੈ, ਮੈਂ ਉਸ ਗੱਲ ਤੋਂ ਕਦੇ ਕੋਈ ਵਜੀਦ ਨਹੀਂ ਹੋਣ ਨੂੰ ਤਿਆਰ। ਹਾਂ, ਲੇਕਿਨ ਮੇਰੇ ਜੋ ਮਸਲੇ ਪੰਜਾਬ ਦੇ ਲੋਕਾਂ ਦੇ ਜਿਨ੍ਹਾਂ ਵਾਸਤੇ ਮੈਂ ਲੜਾਈ ਕਰਦਾ ਆ ਰਿਹਾ, ਮੈਂ ਉਹ ਲੜਾਈ ਤੋਂ ਪਿੱਛੇ ਨਹੀਂ ਹਟਾਂਗਾ। 1 ਇੰਚ ਵੀ ਗੁਰੂ ਦੇ ਘਰ ਦੇ ਪਿੱਛੇ ਨਹੀਂ ਹਟਾਂਗਾ। ਕਿਸੇ ਤਰ੍ਹਾਂ ਦੀ ਗਰਦਾਰੀ ਜਾਂ ਕਿਸੇ ਤਰ੍ਹਾਂ ਦੀ ਬੇਈਮਾਨੀ ਜਾਂ ਕਿਸੇ ਤਰ੍ਹਾਂ ਦੀ ਕਰਪਸ਼ਨ ਜਿੰਨੇ ਦੇਰ ਮੈਂ ਮੁੱਖ ਮੰਤਰੀਆਂ ਨਹੀਂ ਹੋਏਗੀ, ਇਹ ਮੈਂ ਬਿਲਕੁਲ ਤੁਹਾਨੂੰ ਵਿਸ਼ਵਾਸ ਸਰ ਇਹੀ ਮੰਨਿਆ ਚੰਨੀ ਸਾਹਿਬ